ਛੋਟੇ ਛੋਟੇ ਜੇ ਕਹੀਏ ਕਿ ਰੇਹੜੀ ਵਾਲਿਆਂ ਨੂੰ ਵੀ ਮੌਕਾ ਮਿਲ ਗਿਆ ਕਿ ਜੇਕਰ ਉਹਨਾਂ ਕੋਲ ਹੁਨਰ ਚੰਗਾ ਹੈ ਤਾਂ ਉਹ ਵੀ ਹੁਣ ਇਸ ਡਿਜੀਟਲ ਪਲੇਟਫਾਰਮ ਤੇ ਆ। ਆਰਡਰ ਆ ਗਿਆ ਤੁਹਾਡੇ ਕੋਲ, ਉਹਨੂੰ ਭੁਗਤਾਉਂਗੇ ਕਿਵੇਂ? ਛੋਟਾ ਦੁਕਾਨਦਾਰ ਲਾਲਾ ਜੀ ਕਹਿੰਦੇ ਕਿ ਯਾਰ ਮੇਰੇ ਕੋਲ ਤਾਂ ਹੁਣ ਡਿਲੀਵਰੀ ਕਲਰ ਵਾਲੇ ਮੁੰਡੇ ਨਹੀਂ ਹੈ। ਟੈਕਨੋਲੋਜੀ ਦੇ ਥਰੂ ਇਸ ਚੀਜ਼ ਨੂੰ ਪੋਸੀਬਲ ਕਰ ਪਾਏ ਆ ਕਿ ਜਿੱਥੇ ਅਸੀਂ ਗ੍ਰਾਹਕਾਂ ਨੂੰ ਲੋਕਲ ਦੁਕਾਨ ਦੇ ਪ੍ਰੋਫਿਟ ਦਾ ਹਿੱਸੇਦਾਰ ਬਣਾਤਾ। ਉਹਦੇ 'ਚ ਇਨਵੈਸਟਮੈਂਟ ਕੋਈ ਨਹੀਂ ਕਿ ਤੁਸੀਂ ਉਹਦੇ ਪ੍ਰੋਫਿਟ ਦੇ ਹਿੱਸੇਦਾਰ ਬਣ ਗਏ। ਬਹੁਤ ਸਾਰੀ ਸਾਈਟਸ ਨੇ ਹੈਗੀਆਂ, ਉਹਨਾਂ ਦੇ ਵੀ ਇਹ ਕਈਆਂ ਦੇ ਸਿਸਟਮ ਕਈ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਨੇ, ਪਰ ਉਹਦੇ 'ਚ ਹੁੰਦਾ ਹੈ ਕਿ ਪੁਆਇੰਟ ਲੈ ਲਓ ਜੀ, ਉਹ ਪੁਆਇੰਟ ਤਾਂ ਕਿਸੇ ਖੂਹ ਖਾਤੇ ਪੈ ਜਾਂਦੇ ਨੇ, ਨਾ ਤਾਂ ਕਿਸੇ ਦੇ ਕੰਮ ਆਉਂਦੇ ਨਾ ਹੋਰ। ਉਹ 10 ਰੁਪਏ ਕਿਸੇ ਦੇ ਕੰਮ ਵੀ ਨਹੀਂ ਆਉਂਦੇ, ਉਹ ਇਸੇ ਤਰ੍ਹਾਂ ਦੇ ਨਾਲ ਫ੍ਰੀ ਵਾਊਚਰ ਚੱਲ ਜਾਂਦੇ ਨੇ। ਜਿਹੜੇ ਤੁਹਾਡੇ ਕੋਲ ਪੈਸੇ ਇਕੱਠੇ ਹੋ ਰਹੇ ਆ ਤੁਹਾਡੇ ਵਾਲਟ 'ਚ, ਉਹਨੂੰ ਤੁਸੀਂ ਅਗਲੀ ਸ਼ਾਪਿੰਗ ਲਈ ਯੂਜ਼ ਕਰ ਹੀ ਨਹੀਂ ਸਕਦੇ। ਅਸੀਂ ਇੰਟੈਂਸ਼ਨਲ ਇਹ ਰੱਖਿਆ ਕਿ ਜਿਹੜੇ ਪੈਸੇ ਇਕੱਠੇ ਹੋ ਰਹੇ ਆ ਉਹਨੂੰ ਤੁਹਾਨੂੰ ਆਪਣੇ ਬੈਂਕ 'ਚ ਹੀ ਟ੍ਰਾਂਸਫਰ ਕਰਨੇ ਪਊਗੇ। ਕੋਈ ਵੀ ਬੰਦਾ ਸ਼ੁਰੂਆਤ ਕਰਦਾ, ਬਿਜ਼ਨਸ ਖੋਲਦਾ, ਦੁਕਾਨ ਖੋਲਦਾ, ਰੇਹੜੀ ਲਾਉਂਦਾ, ਹਰੇਕ ਦਾ ਹੁੰਦਾ ਹੈ ਕਿ ਆਖਰ ਆਪਦੇ ਮੁਫਾਦ ਹੁੰਦੇ ਨੇਗੇ। ਤੁਹਾਡਾ ਵੀ ਠੀਕ ਹੈ ਕਿ ਇੱਕ ਬਿਜ਼ਨਸ ਹੈ, ਪਰ ਆਖਰ ਦੇਖਿਆ ਜਾਵੇ ਕਿ ਇਹੀ ਕਿਉਂ ਸ਼ੁਰੂ ਕਰਿਆ। ਕੋਸ਼ਿਸ਼ ਇਹ ਬਣਾਈ ਕਿ ਆਖਰਕਾਰ ਹਰ ਇੱਕ ਬੰਦਾ ਸਾਡੇ ਪਲੇਟਫਾਰਮ ਤੇ ਆਵੇ ਤੇ ਖਰੀਦਦਾਰ ਹੋਵੇ ਚਾਹੇ ਵੇਚਣ ਵਾਲਾ ਹੋਵੇ। ਅਸੀਂ ਲੋਕਲ ਬਿਜ਼ਨਸ ਨੂੰ ਪ੍ਰਮੋਟ ਕਰਦੇ ਹਾਂ ਕਿ ਲੋਕਲ ਬਿਜ਼ਨੈਸਿਸ ਨੂੰ ਪ੍ਰਮੋਟ ਕਰਦੇ ਹਾਂ ਥਰੂ ਕੰਜ਼ਿਊਮਰਸ, ਤੇ ਉਸ ਕੰਜ਼ਿਊਮਰਸ ਨੂੰ ਇਨਸੈਂਟਿਵ ਦਿੰਦੇ ਹਾਂ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਹਰ ਦਿਨ ਕਹਾਣੀਆਂ, ਸਟੋਰੀਆਂ, ਖਬਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਬਹੁਤ ਸਾਰਿਆਂ ਦੇ ਵਿੱਚ ਜੇ ਦੇਖਿਆ ਜਾਵੇ ਕਈਆਂ 'ਚ ਤਾਂ ਸਿੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਕਈਆਂ ਖੈਰ ਦੇਖਣ ਵਾਲੀਆਂ ਹੁੰਦੀਆਂ ਨੇਗੀਆਂ, ਤਾਂ ਆਖਰਕਾਰ ਲੋਕ ਉਹ ਚੀਜ਼ਾਂ ਨੂੰ ਵੱਧ ਤੋਂ ਵੱਧ ਇੱਕ ਦੂਜੇ ਨਾਲ ਪਹੁੰਚਾਉਂਦੇ ਨੇ। ਖੈਰ ਅੱਜ ਜਿਹੜੀ ਗੱਲ ਕਰਨ ਲੱਗਿਆ ਇੱਕ ਨਿਊ ਆਈਡੀਆ ਤੇ। ਆਈਡੀਆ ਥੋੜਾ ਤੁਹਾਨੂੰ ਲੱਗੂਗਾ ਕਿ ਮਿਲਦਾ ਜੁਲਦਾ, ਪਰ ਆਖਰਕਾਰ ਲੋਕ ਜੇ ਕਹੀਏ ਕਿ ਰਿਸਕ ਚੱਕਦੇ ਨੇ, ਚੀਜ਼ਾਂ ਬਣਾਉਂਦੇ ਨੇ, ਤੇ ਉਸੇ ਤਰ੍ਹਾਂ ਦੀ ਇੱਕ ਵੈਬਸਾਈਟ ਤੇ ਇੱਕ ਕਹਿ ਸਕਦੇ ਆ ਵੀ ਐਪਲੀਕੇਸ਼ਨ ਇਸ ਤਰ੍ਹਾਂ ਦੀ ਤਿਆਰ ਕਰੀ ਆ ਚੰਡੀਗੜ੍ਹ ਦੇ ਵਿੱਚ ਆ। ਤੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਬਾਏ ਲੋਕਲ ਕਰਕੇ, bylocal.com ਇਹ ਸ਼ੁਰੂ ਕੀਤੀ ਹੈ। ਆਮ ਵਰਗੀ ਸਾਈਟ ਆ, ਕੋਈ ਖਾਸ ਨਹੀਂ, ਖਾਸੀਅਤ ਤੁਹਾਨੂੰ ਬਾਅਦ 'ਚ ਦੱਸਾਂਗੇ ਕੀ ਕੁਝ ਹੈ। ਪ੍ਰੋਡਕਟਸ ਖਰੀਦਣੇ ਨੇ ਤੁਸੀਂ, ਜਿਹੜੀਆਂ ਚੀਜ਼ਾਂ ਆਮ ਰੋਜ਼ਮर्रा ਦੀ ਜ਼ਿੰਦਗੀ 'ਚ ਆਪਾਂ ਬਿਗ ਬਾਜ਼ਾਰ ਜਾਂ ਹੋਰ ਕਈ ਨਾਮੀ ਸਾਈਟਸ 'ਤੇ ਜਾ ਕੇ ਖਰੀਦਦੇ ਹਾਂ, ਉਸੇ ਤਰ੍ਹਾਂ ਦੇ ਨਾਲ ਇਹ ਦੇਖਿਆ ਜਾਵੇ ਇਹਨਾਂ 'ਤੇ ਚੀਜ਼ਾਂ ਅਵੇਲੇਬਲ ਨੇ। ਪਰ ਇਹਦੇ ਵਿੱਚ ਜੇ ਦੇਖਿਆ ਜਾਵੇ ਛੋਟੀ ਤੋਂ ਛੋਟੀ ਜੇ ਕਹੀਏ ਕਿ ਸਾਡੇ ਗੁਆਂਢ ਦੇ ਵਿੱਚ ਆਖਰ ਕਿਹੜਾ ਕੋਈ ਵਧੀਆ, ਕਿਉਂਕਿ ਜੇ ਕੋਈ ਨਵਾਂ ਆਉਂਦਾ ਹੈ ਜਾਂ ਫਿਰ ਨਵੀਆਂ ਲੱਗ ਜਾਂਦੀਆਂ ਨੇ, ਛੋਟੀ ਕੋਈ ਸ਼ਾਪਸ ਖੁੱਲ੍ਹ ਜਾਂਦੀਆਂ ਨੇ, ਤਾਂ ਵਧੀਆ ਉੱਥੇ ਦੁਕਾਨਦਾਰ ਕਿਹੜਾ, ਵਧੀਆ ਉੱਥੇ ਖਾਣ ਪੀਣ ਵਾਲਾ ਕਿਹੜਾ, ਤੇ ਚੰਗਾ ਉੱਥੇ ਮੈਡੀਕਲ ਸਟੋਰ ਕਿਹੜਾ। ਤਾਂ ਇਹ ਸਾਰੀਆਂ ਚੀਜ਼ਾਂ ਦੇਖਣ ਵਾਸਤੇ ਹੁਣ ਲੋਕ ਛੋਟੀ ਚੀਜ਼ ਨੂੰ ਗੂਗਲ ਕਰਦੇ ਨੇ। ਉਹਨਾਂ ਦੇ ਵਿੱਚ ਹੀ ਦੇਖਿਆ ਜਾਵੇ ਤਾਂ ਇਹ ਵੈਬਸਾਈਟ ਹੈ ਜਿਹੜੀ ਤਿਆਰ ਕਰੀ ਆ, ਗੌਰਵ ਸਾਡੇ ਨਾਲ ਨੇ, ਤੇ ਗੌਰਵ ਹੋਰਾਂ ਨੇ ਤਿਆਰ ਕਰਨ ਤੋਂ ਬਾਅਦ ਜੇ ਕਿਹਾ ਜਾਵੇ ਮੋਟੇ ਜਿਹਾ ਤੁਹਾਨੂੰ ਦੱਸਦਾ ਨਾ ਵੀ ਕੋਈ ਵੀ ਸਮਾਨ ਖਰੀਦੋਗੇ ਡਿਟੇਲ ਤੁਹਾਨੂੰ ਦੇਵਾਂਗੇ ਹੁਣ ਨਾਲ, ਪਰ ਨਾਲ ਤੁਸੀਂ ਪੈਸੇ ਵੀ ਕਮਾ ਸਕਦੇ ਹੋ। ਇਹ ਚੀਜ਼ ਹੈ, ਇਹ ਕੋਈ ਉਹ ਮੈਸੇਜ ਨਹੀਂ ਹੈਗੇ। ਤੁਸੀਂ ਦੇਖਦੇ ਹੋ WhatsApp ਗਰੁੱਪਾਂ ਦੇ ਵਿੱਚ ਮੈਸੇਜ ਬਹੁਤ ਆ ਜਾਂਦੇ ਨੇ ਵੀ ਇੱਥੇ ਲਿੰਕ ਤੇ ਕਲਿੱਕ ਕਰੋ ਤੁਹਾਨੂੰ ਆਹ ਮਿਲ ਜੂਗਾ, ਮਿਲਦਾ ਤਾਂ ਕੁਝ ਹੁੰਦਾ ਨਹੀਂ। ਖੈਰ ਉਹ ਬਸ ਇੱਕ ਫੇਕ ਜਿਹਾ ਮੈਸੇਜ ਹੁੰਦਾ। ਲੋਕ ਅੱਗੇ ਫਿਰ ਸ਼ੇਅਰ ਕਈ ਕਰੀ ਜਾਂਦੇ ਨੇ, ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਸ਼ੇਅਰ ਕਈ ਹਟ ਜਾਂਦੇ ਨੇ। ਖੈਰ ਇਹਦੇ ਵਿੱਚ ਕੀ ਚੀਜ਼ਾਂ ਨਵੀਆਂ ਨੇ। ਛੋਟੇ ਜੇ ਕਹੀਏ ਕਿ ਰੇਹੜੀ ਵਾਲਿਆਂ ਨੂੰ ਵੀ ਮੌਕਾ ਮਿਲ ਗਿਆ ਕਿ ਜੇਕਰ ਉਹਨਾਂ ਕੋਲ ਹੁਨਰ ਚੰਗਾ ਹੈ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਦੁਕਾਨ ਵੱਡੀ ਪਾ ਸਕੇ, ਤਾਂ ਉਹ ਵੀ ਹੁਣ ਇਸ ਡਿਜੀਟਲ ਪਲੇਟਫਾਰਮ ਤੇ ਆ। ਗੌਰਵ ਸਾਡੇ ਨਾਲ ਨੇ, ਗੌਰਵ ਨਾਲ ਗੱਲ ਕਰ ਰਿਹਾ। ਗੌਰਵ ਜੀ, ਆਈਡੀਆ ਕਿੱਥੋਂ ਆਇਆ ਕਿ ਆਖਰ ਇਸ ਤਰ੍ਹਾਂ ਦੇ ਨਾਲ ਤਿਆਰ ਕਰੀ ਜਾਵੇ? ਕਿਉਂਕਿ ਵੈਬਸਾਈਟਸ ਤਾਂ ਬਹੁਤ ਸਾਰੀਆਂ ਹੈਗੀਆਂ ਨੇ, ਆਪਣੇ ਕੋਈ ਆਊਗਾ ਖਾਸ ਤਾਂ ਆਪਣੇ 'ਚ ਕੋਈ ਖਾਸੀਅਤ ਹੋਊ ਤਾਂ ਕਰਕੇ। ਅਸੀਂ ਜੀ ਇਹ ਚੀਜ਼ ਨੂੰ ਨੋਟਿਸ ਕੀਤਾ ਕਿ ਅਸੀਂ ਐਜ਼ ਪਰ ਜਿਹੜੀ ਵਰਲਡ ਬੈਂਕ ਦੀ ਰਿਪੋਰਟ ਹੈ ਕਿ ਉਹਨੂੰ ਦੇਖਿਆ ਜਾਏ ਨਾ ਕਿ ਜਿਹੜੀ ਮੈਜੋਰਿਟੀ ਆਫ ਸ਼ਾਪਿੰਗ ਕਰ ਰਹੇ ਹੈ ਲੋਕ, ਉਹ ਆਪਣੇ ਰਿਟੇਲ ਆਊਟਲੈਟਸ ਤੋਂ ਹੀ ਕਰ ਰਹੇ। ਕਿ ਆਪਾਂ ਨੂੰ ਲੱਗਦਾ ਕਿ ਸਾਰੀ ਚੀਜ਼ਾਂ Amazon, Flipkart 'ਤੇ ਸ਼ਿਫਟ ਹੋ ਗਈਆਂ, ਬਟ ਦੈਟ ਇਜ਼ ਓਨਲੀ 4% ਆਫ ਦਾ ਟੋਟਲ ਜਿਹੜੀ ਰਿਟੇਲ 'ਤੇ ਸ਼ਾਪਿੰਗ ਹੋ ਰਹੀ ਹੈ। ਕਿ ਜਿਹੜੀ ਇੰਡਸਟਰੀ, ਰਿਟੇਲ ਇੰਡਸਟਰੀ ਦੀ ਬੈਕਬੋਨ ਹੈ, ਉਹ ਸਾਡੇ ਛੋਟੇ ਦੁਕਾਨਦਾਰ ਜਿਹੜੇ ਸਾਡੇ ਨੇਬਰਹੁੱਡ 'ਚ ਸਾਡੇ ਆਸ-ਪਾਸ ਦੇ ਛੋਟੇ ਦੁਕਾਨਦਾਰ है, बेशक वो ग्रोसरी दे हैं, फ्रूट वेजिटेबल्स दे हैं, सलून्स हैं, टेकअवेज हैं, जिन्ने भी छोटे दुकानदार होंगे हैं, यही साडी इकोनॉमी नू रिटेल दी जे इकोनॉमी दी गल करिए तो दे आर दी बैकबोन ऑफ इंडस्ट्री। कि उन्हां दे सिर ते ही पूरी इंडस्ट्री चल रही है। तो साडा जिहड़ा फोकस एरिया है कि हुणे बड़े ई कमर्स प्लेयर, स्ट्रक्चर्ड ई कमर्स प्लेयर नाल यह किते पिछे छुटते जा रहे हैं। तो हुण असी जिहड़ा एक टैक्नोलॉजी प्लेटफॉर्म बिल्ट किया जिथे कि असी
ਟੈਕਨੋਲੋਜੀ ਦੀ ਹੈਲਪ ਨਾਲ 2 ਬਟਨ ਦਬਾਉਣ ਨਾਲ, ਚਾਹੇ ਤੁਹਾਨੂੰ ਟੈਕਨੋਲੋਜੀ ਦੀ ਨੌਲੇਜ ਹੈ ਚਾਹੇ ਨਹੀਂ ਹੈ, ਤੁਸੀਂ ਸਿਰਫ 2 ਬਟਨ ਪ੍ਰੈਸ ਕਰੋਗੇ ਤੇ ਕੋਈ ਵੀ ਛੋਟੇ ਤੋਂ ਛੋਟੀ ਦੁਕਾਨ ਤੋਂ ਲੈ ਕੇ ਬੜੇ ਤੋਂ ਬੜਾ ਬਿਜ਼ਨਸ ਇੱਕ ਡਿਜੀਟਲ ਆਈਡੈਂਟੀਟੀ ਆਪਣੀ ਕ੍ਰੀਏਟ ਕਰ ਸਕਦਾ, ਜਿੱਥੇ ਉਹਦਾ ਫੁੱਲ ਫਲੈਜਡ ਈ-ਕਮਰਸ ਸਟੋਰ ਵਿਦ ਸਾਰੇ ਪ੍ਰੋਡਕਟਸ ਤੇ ਵਿਦ ਆਪਣੇ ਤੁਹਾਡੇ ਪੇਮੈਂਟ ਗੇਟਵੇ ਕਿ ਆਨਲਾਈਨ ਕਸਟਮਰ ਪੇਮੈਂਟ ਕਰ ਸਕਦਾ। ਪਲੱਸ ਅਸੀਂ ਥਰਡ ਪਾਰਟੀ ਲੌਜਿਸਟਿਕ ਕੰਪਨੀਜ਼ ਨੂੰ ਵੀ ਇੰਟੀਗ੍ਰੇਟ ਕੀਤਾ ਕਿ ਹੁਣ ਜੇ ਆਰਡਰ ਆ ਗਿਆ ਤੁਹਾਡੇ ਕੋਲ, ਉਹਨੂੰ ਭੁਗਤਾਉਂਗੇ ਕਿਵੇਂ? ਛੋਟਾ ਦੁਕਾਨਦਾਰ ਲਾਲਾ ਜੀ ਕਹਿੰਦੇ ਕਿ ਯਾਰ ਮੇਰੇ ਕੋਲ ਤਾਂ ਹੁਣ ਡਿਲੀਵਰੀ ਕਲਰ ਵਾਲੇ ਮੁੰਡੇ ਨਹੀਂ ਹੈ, ਤਾਂ ਡਿਲੀਵਰੀ ਲਈ ਵੀ ਅਸੀਂ ਥਰਡ ਪਾਰਟੀ ਦੇ ਲੌਜਿਸਟਿਕ ਕੰਪਨੀਆਂ ਨੂੰ ਇੰਟੀਗ੍ਰੇਟ ਕੀਤਾ ਕਿ ਤੁਹਾਡੇ ਕੋਲ ਜੇ ਆਰਡਰ ਆਇਆ ਪੈਰਲਲ 'ਚ ਉਹਨਾਂ ਕੋਲ ਆਰਡਰ ਦੀ ਇਨਫੋਰਮੇਸ਼ਨ ਜਾਂਦੀ ਹੈ, ਆਰਡਰ ਪਿਕ ਹੁੰਦਾ, ਡਿਲੀਵਰ ਹੋ ਜਾਂਦਾ, ਬੈਂਕ ਅਕਾਊਂਟ 'ਚ ਲਾਲਾ ਜੀ ਦੇ ਪੈਸਾ ਟ੍ਰਾਂਸਫਰ ਹੋ ਜਾਂਦਾ। ਤਾਂ ਇਸ ਤਰੀਕੇ ਦਾ ਇੱਕ ਸਮੂਥ ਪਲੇਟਫਾਰਮ ਬਣਾਇਆ ਜਿੱਥੇ ਕਿ ਛੋਟੇ ਬਿਜ਼ਨਸਿਸ ਨੂੰ ਵੀ ਆਪਣੀ ਇੱਕ ਖੁਦ ਦੀ ਆਈਡੈਂਟੀਟੀ ਮਿਲ ਪਾਵੇ। ਤਾਂ ਮਤਲਬ ਇਸ ਤਰੀਕੇ ਦੀ ਸਾਡਾ ਇਹ ਹੈ। ਅਮੂਮਨ ਤੌਰ ਤੇ ਦੇਖੀਏ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਕਰੀਆਂ ਨੇਗੀਆਂ ਇਸ ਤਰ੍ਹਾਂ ਦੇ ਦੇਖਦੇ ਹਾਂ ਪਲੇਟਫਾਰਮਸ, ਹਾਲਾਂਕਿ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਅਲੱਗ ਖਾਸੀਅਤ ਜ਼ਰੂਰ ਹੁੰਦੀ ਆ। ਹੁਣ ਜਿਵੇਂ ਤੁਸੀਂ ਛੋਟੇ ਦੁਕਾਨਦਾਰ, ਛੋਟੇ ਜੇ ਕਿਹਾ ਜਾਵੇ ਕਿ ਬਿਲਕੁਲ ਕੋਈ ਬੂਥ ਵੀ ਤੇ ਵੀ ਹੈਗਾ, ਉਹ ਵੀ ਤੁਸੀਂ ਰਜਿਸਟਰ ਕਰ ਲਿਆ। ਹੁਣ ਉਹਨਾਂ ਦੇ ਵਿੱਚ ਦੇਖਿਆ ਜਾਵੇ ਮੇਨ ਮੁੱਖ ਤੌਰ ਤੇ ਆ ਜਾਂਦਾ ਵੀ ਕਹਿਣ ਨੂੰ ਆ ਜਾਂਦੀਆਂ ਇਹ ਚੀਜ਼ਾਂ, ਉਹ ਲੋਕ ਤੁਹਾਡੇ ਨਾਲ ਜੁੜ ਸਕਦੇ ਨੇ, ਤੇ ਦੂਸਰਾ ਮੈਂ ਖਰੀਦਦਾਰ ਆ, ਤਾਂ ਮੈਂ ਖਰੀਦਦਾਰ ਆ, ਜੇ ਉਹਨੂੰ ਵੀ ਆਖਰਕਾਰ ਚੰਗੀ ਕੁਆਲਿਟੀ ਮਿਲੂਗੀ। ਇਹ ਚੀਜ਼ਾਂ ਨੂੰ ਤੁਸੀਂ ਕਿਤੇ ਨਾ ਕਿਤੇ ਉਹ ਕਰਿਆ? ਇਸ ਚੀਜ਼ ਲਈ ਕੀ ਹੈ ਕਿ ਹੁਣ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਕਿ ਹੁਣ ਐਜ਼ ਅ ਕੰਜ਼ਿਊਮਰ ਜੇ ਅਸੀਂ ਗ੍ਰਾਹਕ ਦੀ ਪੁਆਇੰਟ ਆਫ ਵਿਊ ਨਾਲ ਸੋਚੀਏ ਤਾਂ ਗ੍ਰਾਹਕ ਕੋਲ 100 ਤਰ੍ਹਾਂ ਦੀ ਆਪਸ਼ਨ ਹੈ। ਉਹ ਕਹਿੰਦੇ ਯਾਰ ਮੈਂ ਤੁਹਾਡੇ ਲੋਕਲ ਦੁਕਾਨਦਾਰ ਜਾਂ ਮੈਂ ਆਪਣੇ ਲੋਕਲ ਦੁਕਾਨਦਾਰ ਤੋਂ ਕਿਉਂ ਖਰੀਦਾਂ, ਕਿ ਮੈਨੂੰ ਕੀ ਉਹਦੇ 'ਚ ਫਾਇਦਾ ਹੈ। ਤਾਂ ਹਰ ਇਨਸਾਨ ਜੋ ਹੈ, ਕੁਝ ਅਸੀਂ ਬੜੇ ਮਟੀਰੀਅਲਿਸਟਿਕ ਹੋ ਗਏ ਕਿ ਸਾਨੂੰ ਕੁਝ ਫਾਇਦਾ ਨਾ ਦਿਖੇ ਤਾਂ ਬੇਸ਼ੱਕ ਸਾਡੇ ਫਾਇਦਾ ਦਾ ਹੀ ਸੌਦਾ ਹੋਵੇ, ਸਾਡੇ ਦਿਮਾਗ 'ਚ 100 ਨੈਗੇਟਿਵ ਖਿਆਲ ਆਉਂਦੇ ਕਿ ਮੈਂ ਇੱਦਾਂ ਦਾ ਕਿਉਂ ਕਰਾਂ। ਤਾਂ ਇਸ ਚੀਜ਼ ਨੂੰ ਕਰਨ ਲਈ ਕਿ ਕੰਜ਼ਿਊਮਰ ਲਈ ਵੀ ਮੋਟੀਵੇਸ਼ਨ ਰਹੇ ਕਿ ਉਹ ਆਪਣੇ ਲੋਕਲ ਦੁਕਾਨਦਾਰਾਂ ਤੋਂ ਸ਼ਾਪਿੰਗ ਕਰੇ, ਅਸੀਂ ਕਈ ਤਰੀਕੇ ਦੇ ਉਹਨਾਂ ਨੂੰ ਗਿਫਟ ਦਿੰਦੇ ਹਾਂ। ਪਲੱਸ ਇਹਦਾ ਜੋ ਸਭ ਤੋਂ USP ਹੈ ਕਿ ਅਸੀਂ ਉਹਨਾਂ ਨੂੰ ਇੱਕ ਪੈਸਿਵ ਅਰਨਿੰਗ ਕਰਨ ਦੀ ਓਪਰਚੁਨਿਟੀ ਦਿੰਦੇ ਹਾਂ ਕਿ ਅਸੀਂ ਗ੍ਰਾਹਕ ਨੂੰ ਲੋਕਲ ਦੁਕਾਨਦਾਰ ਦਾ ਪਾਰਟਨਰ ਬਣਾ ਦਿੰਦੇ ਹਾਂ, ਕਿ ਅਸੀਂ ਉਹਨਾਂ ਦੀ ਪਾਰਟਨਰਸ਼ਿਪ ਕਰਾ ਦਿੰਦੇ ਹਾਂ। ਹੁਣ ਦੁਕਾਨਦਾਰ ਕਹਿੰਦਾ ਕਿ ਯਾਰ ਜੋ ਚੀਜ਼ਾਂ ਮੈਂ ਆਪਣੇ ਮਾਰਕੀਟਿੰਗ ਤੇ ਖਰਚ ਕਰਨੀ ਸੀ, ਮੈਂ ਅਖਬਾਰ 'ਚ ਪੈਂਫਲੇਟ ਪਵਾਉਂਦਾ, ਸੋਸ਼ਲ ਮੀਡੀਆ ਤੇ ਐਡ ਚਲਾਉਂਦਾ, ਮੈਂ ਕੁਝ ਸਰਟਨ ਅਮਾਊਂਟ ਆਫ ਪੈਸਾ ਖਰਚ ਕਰਨਾ ਸੀਗਾ ਆਪਣੀ ਐਡਵਰਟਾਈਜ਼ਿੰਗ ਲਈ। ਹੁਣ ਤੁਸੀਂ ਐਜ਼ ਅ ਗ੍ਰਾਹਕ ਮੇਰੀ ਐਡਵਰਟਾਈਜ਼ਿੰਗ ਕਰੋ ਤੇ ਮੈਂ ਤੁਹਾਨੂੰ ਪੇ ਕਰੂੰਗਾ। ਤਾਂ ਅਸੀਂ ਟੈਕਨੋਲੋਜੀ ਦੇ ਥਰੂ ਇਸ ਚੀਜ਼ ਨੂੰ ਪੋਸੀਬਲ ਕਰ ਪਾਏ ਹਾਂ ਕਿ ਜਿੱਥੇ ਅਸੀਂ ਗ੍ਰਾਹਕਾਂ ਨੂੰ ਲੋਕਲ ਦੁਕਾਨ ਦੇ ਪ੍ਰੋਫਿਟ ਦਾ ਹਿੱਸੇਦਾਰ ਬਣਾਤਾ, ਕਿ ਉਹਦੇ 'ਚ ਇਨਵੈਸਟਮੈਂਟ ਕੋਈ ਨਹੀਂ, ਕਿ ਤੁਸੀਂ ਉਹਦੇ ਪ੍ਰੋਫਿਟ ਦੇ ਹਿੱਸੇਦਾਰ ਬਣ ਗਏ। ਤਾਂ ਇਸ ਤਰੀਕੇ ਇੱਕ ਕਮਿਊਨਿਟੀਜ਼ ਬਿਲਟ ਕਰਦੇ ਹਾਂ ਅਸੀਂ। ਮਤਲਬ ਸਪੋਜ਼ ਕਰੋ ਕਿ ਮੈਂ ਕੋਈ ਖਰੀਦਦਾਰੀ ਕਰੀ ਆ ਤਾਂ ਮੇਰੇ ਨਾਲ ਜੇ 3 ਮੇਰੇ ਦੋਸਤ ਹੋਰ, ਕਿਉਂਕਿ ਅਮੂਮਨ ਤੌਰ ਤੇ ਲੋਕ ਚੱਲ ਜਾਂਦੇ ਨੇਗੇ, ਆਪਾਂ ਕਹਿੰਦੇ ਆ ਵੀ ਚਲੋ ਘਰ ਦਾ ਸਮਾਨ ਲੈਣਾ 3 ਜਣੇ ਹੋਰ ਨਾਲ ਚੱਲ ਜਾਂਦੇ ਨੇ। ਹੁਣ ਜੇ ਥਰੂ ਜੇ ਕਿਹਾ ਜਾਵੇ buylocal.com ਦੇ ਜਾਂਦੇ ਨੇ ਤਾਂ ਉਹਦੇ ਵਿੱਚ ਇਹ ਹੈ ਕਿ ਮੇਰੇ ਨਾਲ 3 ਜਣੇ ਗਏ, ਜੇ ਉਹਨਾਂ ਨੇ ਪੈਸੇ ਦੇਣੇ ਨੇ ਜਦੋਂ ਚੀਜ਼ ਖਰੀਦਣੀ ਆ ਤਾਂ ਯਾਨੀ ਕਿ ਉਹਦੇ ਵਿੱਚੋਂ ਵੀ ਐਕਸਟਰਾ ਨਾ ਕੁਝ ਲਾ ਕੇ ਉਹ ਦੁਕਾਨਦਾਰ ਦਾ ਜੇ ਕਿਹਾ ਜਾਵੇ ਕਿ ਇੱਕ ਛੋਟਾ ਜਿਹਾ ਕਮਿਸ਼ਨ ਤੁਹਾਨੂੰ ਵੀ ਮਿਲੂਗਾ ਉਹਦਾ ਆਟੋਮੈਟਿਕਲੀ। ਬਿਲਕੁਲ ਸਹੀ ਕਹਿ ਰਹੇ ਹੋ ਕਿ ਇਸ ਨਾਲ ਕੀ ਹੈ ਕਿ ਇੱਕ ਇੰਟਰਕਨੈਕਟਡ ਕਮਿਊਨਿਟੀ ਬਣ ਜਾਂਦੀ ਹੈ ਕਿ ਜਦ ਅਸੀਂ ਖੁਦ ਪਰਚੇਜ਼ ਕਰ ਰਹੇ ਹਾਂ ਤਾਂ ਸਾਨੂੰ ਡਿਸਕਾਊਂਟ ਮਿਲਦੇ ਆ, ਪਲੱਸ ਅਰਨਿੰਗ ਆਉਂਦੀ ਹੈ ਜਿਹੜੀ ਕਿ ਹਾਰਡ ਕੈਸ਼ ਹੈ ਤੁਹਾਡੇ ਸਿੱਧਾ ਬੈਂਕ ਅਕਾਊਂਟ 'ਚ ਜਾਂਦੀ ਹੈ। ਜਦ ਹੁਣ ਤੁਸੀਂ ਮੇਰੇ ਮਿੱਤਰੋ, ਮੇਰੇ ਹੋਰ ਫੈਮਿਲੀ ਐਂਡ ਫਰੈਂਡਸ ਕਨੈਕਟਡ ਹੈ, ਉਹ ਕਿਸੇ ਸਲੂਨ ਤੇ ਜਾਂਦੇ ਆ, ਟੇਕ ਅਵੇ ਤੇ ਜਾਂਦੇ ਆ, ਗਰੋਸਰੀ ਸਟੋਰ ਤੇ ਜਾਂਦੇ ਆ, ਜਦ ਵੀ ਉਹ ਜਿੱਥੇ ਵੀ ਸਪੈਂਡ ਕਰਦੇ ਆ ਤਾਂ ਉਹਨਾਂ ਨੂੰ ਖੁਦ ਨੂੰ ਵੀ ਡਿਸਕਾਊਂਟ ਮਿਲਦਾ, ਖੁਦ ਨੂੰ ਵੀ ਅਰਨਿੰਗ ਮਿਲਦੀ ਹੈ, ਪਲੱਸ ਉਹਨਾਂ ਦੀ ਪਰਚੇਜ਼ ਉੱਤੇ ਮੈਨੂੰ ਵੀ ਅਰਨਿੰਗ ਮਿਲਦੀ ਹੈ। ਤਾਂ ਇਸ ਤਰੀਕੇ ਦੀ ਆਪਾਂ ਇੱਕ ਇੰਟਰਕਨੈਕਟਡ ਕਮਿਊਨਿਟੀ ਬਿਲਟ ਕਰ ਦਿੰਦੇ ਹਾਂ ਜਿੱਥੇ ਕਿ ਦੋਨੋਂ ਦੁਕਾਨਦਾਰ ਤੇ ਕੰਜ਼ਿਊਮਰਸ ਲਈ ਇੱਕ ਵਿਨ-ਵਿਨ ਸਿਚੁਏਸ਼ਨ ਹੋ ਜਾਂਦੀ ਹੈ। ਇੱਕ ਚੀਜ਼ ਹੋਰ ਦੱਸੋ ਕਿ ਇਹ ਜਿਹੜੀ ਤੁਸੀਂ ਕਿਹਾ ਵੀ ਪੈਸਾ ਮਿਲ ਜਾਂਦਾ, ਬਹੁਤ ਸਾਰੀ ਸਾਈਟਸ ਨੇ ਹੈਗੀਆਂ, ਉਹਨਾਂ ਦੇ ਵੀ ਇਹ ਕਈਆਂ ਦੇ ਸਿਸਟਮ ਕਈ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਨੇ, ਪਰ ਉਹਦੇ 'ਚ ਹੁੰਦਾ ਹੈ ਕਿ ਪੁਆਇੰਟ ਲੈ ਲਓ ਜੀ, ਉਹ ਪੁਆਇੰਟ ਤਾਂ ਕਿਸੇ ਖੂਹ ਖਾਤੇ ਪੈ ਜਾਂਦੇ ਨੇ, ਨਾ ਤਾਂ ਕਿਸੇ ਕੰਮ ਆਉਂਦੇ ਨਾ ਹੋਰ। ਉਹ 10 ਪੁਆਇੰਟ ਇਕੱਠੇ ਹੋ ਗਏ, ਉਹ 10 ਰੁਪਏ ਲਾ ਲਓ, ਜੇ ਚਲੋ ਉਹਨਾਂ ਦੀ ਇੱਕ ਤਰ੍ਹਾਂ ਦੀ ਕਰੰਸੀ ਬਣਾ ਲਈ ਆ ਉਹਨਾਂ ਨੇ, ਉਹ 10 ਰੁਪਏ ਕਿਸੇ ਦੇ ਕੰਮ ਵੀ ਨਹੀਂ ਆਉਂਦੇ, ਉਹ ਇਸੇ ਤਰ੍ਹਾਂ ਦੇ ਨਾਲ ਫ੍ਰੀ ਵਾਊਚਰ ਚੱਲ ਜਾਂਦੇ ਨੇ। ਜਿਵੇਂ ਕਿ ਆਨਲਾਈਨ ਕਈ ਪੇਡ, ਜਿਵੇਂ ਹੁਣ ਪੈਸੇ ਦਿੰਨੇ ਆਪਾਂ, ਮੋਬਾਈਲ ਪੇ ਹੋ ਗਿਆ, ਗੂਗਲ ਪੇ ਹੋ ਗਿਆ, ਬਥੇਰੀਆਂ ਇਸ ਤਰ੍ਹਾਂ ਦੀਆਂ ਨੇ, ਉਹ ਪੁਆਇੰਟ ਤਾਂ ਦੇ ਦਿੰਦੇ ਨੇ ਬਟ ਉਹ ਕੰਮ ਕਿਸੇ ਦੇ ਨਹੀਂ ਆਉਂਦੇ, ਕਿਉਂਕਿ ਜੇ ਉਹ ਬਹੁਤ ਵੱਡੀ ਸ਼ਾਪਿੰਗ ਕਰਨਗੇ ਤਾਂ ਕੰਮ ਆ ਜਾਣਗੇ, ਜਿਹਨੇ ਕਰਨੀ 10 ਰੁਪਏ ਦੀ ਉਹ ਕੀ ਕਮਾਊਗਾ। ਤੇ ਤੁਹਾਡੇ ਵਾਲੀ ਦੇ ਵਿੱਚ ਪੁਆਇੰਟ ਰੱਖੇ ਨੇ ਜਾਂ ਪੈਸੇ ਸੱਚੀ ਹੋਏ ਆ ਵੀ ਹਾਰਡ ਕੈਸ਼ ਹੀ ਜਾਊਗਾ ਅਗਲੇ ਕੋਲ?
ਇਸ 'ਚ ਅਸੀਂ ਸਪੈਸ਼ਲੀ ਇਹੀ ਵਾਲੇ ਪੁਆਇੰਟ ਨੂੰ ਐਡਰੈਸ ਕਰਦੇ ਹੋਏ ਅਸੀਂ ਸਪੈਸ਼ਲੀ ਇਹ ਰੱਖਿਆ ਕਿ ਜਿਹੜੇ ਤੁਹਾਡੇ ਕੋਲ ਪੈਸੇ ਇਕੱਠੇ ਹੋ ਰਹੇ ਆ ਤੁਹਾਡੇ ਵਾਲਟ 'ਚ, ਉਹਨੂੰ ਤੁਸੀਂ ਅਗਲੀ ਸ਼ਾਪਿੰਗ ਲਈ ਯੂਜ਼ ਕਰ ਹੀ ਨਹੀਂ ਸਕਦੇ। ਅਸੀਂ ਇੰਟੈਂਸ਼ਨਲ ਇਹ ਰੱਖਿਆ ਕਿ ਜਿਹੜੇ ਪੈਸੇ ਇਕੱਠੇ ਹੋ ਰਹੇ ਆ ਉਹਨੂੰ ਤੁਹਾਨੂੰ ਆਪਣੇ ਬੈਂਕ 'ਚ ਹੀ ਟ੍ਰਾਂਸਫਰ ਕਰਨੇ ਪਊਗੇ, ਮਤਲਬ ਕਿ ਤੁਸੀਂ ਉਹਨੂੰ ਖਰਚ ਨਹੀਂ ਸਕਦੇ, ਤਾਂ ਕਿ ਲੋਕਾਂ ਨੂੰ ਇੱਕ ਮਹਿਸੂਸ ਹੋਵੇ ਕਿ ਅੱਛਾ ਇੱਥੇ ਇੱਕ ਤੁਹਾਡੀ ਰੀਅਲ ਪਾਰਟਨਰਸ਼ਿਪ, ਜਿੱਥੇ ਕਿ ਤੁਹਾਨੂੰ ਰੀਅਲ ਹਾਰਡ ਕੈਸ਼ ਅਰਨਿੰਗ ਆ ਰਹੀ ਹੈ। ਕਿ ਜੇ ਤੁਸੀਂ ਇੱਕ ਆਪਣੇ ਲੋਕਲ ਦੁਕਾਨਦਾਰਾਂ ਨੂੰ ਪ੍ਰਮੋਟ ਕਰ ਰਹੇ ਹੋ, ਉਹਦੇ ਲਫ਼ਜ਼ 'ਚ ਤੁਹਾਨੂੰ ਆਪਣਾ ਬੈਂਕ 'ਚ ਇਹ ਦਿਖਦਾ ਕਿ ਯਾਰ ਇਹ ਪੈਸਾ ਜਿਹੜਾ ਮੇਰੇ ਅਕਾਊਂਟ 'ਚ ਆਇਆ ਇਹ ਇਸ ਕਰਕੇ ਆਇਆ ਕਿਉਂਕਿ ਮੈਂ ਆਪਣੇ ਖੁਦ ਵੀ ਸ਼ਾਪਿੰਗ ਲੋਕਲ ਦੁਕਾਨਾਂ ਤੋਂ ਕੀਤੀ, ਪਲੱਸ ਮੈਂ ਆਪਣੇ ਰਿਸ਼ਤੇਦਾਰਾਂ, ਫਰੈਂਡਸ ਐਂਡ ਫੈਮਿਲੀ ਨੂੰ ਇਨਕਰੇਜ ਕੀਤਾ ਲੋਕਲ ਦੁਕਾਨਾਂ ਤੋਂ ਸ਼ਾਪਿੰਗ ਕਰਨ ਲਈ। ਦੱਸੋ ਕਿ ਇਹ ਜਿਵੇਂ ਹੁਣ ਸਪੋਜ਼ ਕਰੋ ਤੁਸੀਂ ਸ਼ੁਰੂ ਕਰੀ ਹੈਗਾ, ਸਟਾਰਟਅਪ ਹੈਗਾ ਤੁਹਾਡਾ, ਚੰਡੀਗੜ੍ਹ ਤੋਂ ਤੁਸੀਂ ਕਰ ਲਿਆ ਹੈਗਾ, ਜੇਕਰ ਕੋਈ ਬਾਹਰਲਾ ਦੁਕਾਨਦਾਰ ਜਾਂ ਬਾਹਰਲਾ ਗ੍ਰਾਹਕ ਕੋਈ ਜੁੜਨਾ ਚਾਹੁੰਦਾ ਤਾਂ ਉਹ ਰਜਿਸਟਰ ਕਰਦੇ ਹੋ ਜਾਂ ਸਿਰਫ ਇਹ ਇੱਕ ਦਾਇਰਾ ਬਣਾਇਆ ਕਿ ਇੱਥੇ ਤੇ ਹੀ ਹੈ? ਨਹੀਂ, ਇਸ ਟਾਈਮ ਅਸੀਂ ਮੋਰ ਦੈਨ 50 ਸ਼ਹਿਰਾਂ 'ਚ ਆਪਰੇਟ ਕਰ ਰਹੇ ਹਾਂ। ਕਿ ਅਸੀਂ ਆਪਣੀ ਕੈਂਪੇਨ ਜੋ ਡਿਜੀਟਲ ਕੈਂਪੇਨ ਹੈ ਤਾਂ ਅਸੀਂ 50 ਤੋਂ ਜ਼ਿਆਦਾ ਸ਼ਹਿਰਾਂ ਤੋਂ ਅੱਜ ਦੇ ਦਿਨ 'ਚ ਸਾਡੇ ਕੋਲ 4000 ਤੋਂ ਜ਼ਿਆਦਾ ਜਿਹੜੇ ਸ਼ਾਪਸ ਰਜਿਸਟਰਡ ਹੈ ਵੇਰੀਅਸ ਕੈਟਾਗਰੀਜ਼। ਤਾਂ ਅਸੀਂ ਜਿੰਨੇ ਵੀ ਕੈਟਾਗਰੀਜ਼ ਹੋ ਗਈ, ਜਿਵੇਂ ਸਲੂਨਸ ਹੋ ਗਏ, ਟੇਕ ਅਵੇ, ਗਰੋਸਰੀ, ਜਿੱਥੇ ਵੀ ਆਪਾਂ ਕੰਜ਼ਿਊਮਰ ਆਪਣਾ ਪੈਸਾ ਖਰਚਦਾ ਤਾਂ ਹਰ ਤਰੀਕੇ ਦੇ, ਬੇਸ਼ੱਕ ਉਹ ਘਰ ਤੋਂ ਸਲੂਨ ਸਰਵਿਸਿਜ਼ ਦੇਣ ਵਾਲੀ ਲੇਡੀਜ਼ ਹੋਣ, ਹੁਣ ਸਾਡੇ ਪਲੇਟਫਾਰਮ ਤੇ ਘਰ ਤੋਂ ਜਿਹੜੀ ਲੇਡੀਜ਼ ਆਪਣੀ ਪਿੰਨੀਆਂ, ਲੱਡੂ, ਇੱਦਾਂ ਦੇ ਮਤਲਬ ਛੋਟੇ ਤੋਂ ਛੋਟੇ ਜਿਹੜੇ ਘਰ ਤੋਂ ਵੀ ਆਪਣੇ ਬਿਜ਼ਨਸਿਸ ਚਲਾ ਰਹੀਆਂ, ਚਾਹੇ ਹਾਊਸ ਵਾਈਫ ਹੈ ਚਾਹੇ ਯੂਥ ਹੈ, ਉਹ ਵੀ ਆਪਣੀ ਸਾਡੇ ਥਰੂ ਡਿਜੀਟਲ ਆਈਡੈਂਟੀਟੀ ਬਣਾਉਂਦਾ ਤਾਂ ਕਿ ਅਸੀਂ ਉਹਨੂੰ ਇਸ ਕਮਿਊਨਿਟੀਜ਼ ਨਾਲ ਕਨੈਕਟ ਕਰ ਪਾਈਏ। ਤਾਂ ਮਤਲਬ ਇਸ ਤਰੀਕੇ ਨਾਲ ਸਾਡੀ ਜਿਹੜੀ ਸਕੋਪ ਹੈ ਉਹ ਬੜੀ ਵਾਈਡ ਹੈ। ਬਟ ਅਸੀਂ ਬੀਇੰਗ ਚੰਡੀਗੜ੍ਹ ਦਾ ਸਟਾਰਟਅਪ ਹਾਂ, ਕਿ ਚੰਡੀਗੜ੍ਹ ਤੋਂ ਸ਼ੁਰੂਆਤ ਕੀਤੀ ਹੈ ਤਾਂ ਇਸ ਕਰਕੇ ਚੰਡੀਗੜ੍ਹ ਇੱਕ ਮੇਨ ਫੋਕਸ ਹੈ। ਬਟ ਸਾਡਾ ਲੌਂਗ ਟਰਮ ਆਬਜੈਕਟਿਵ ਪੂਰੇ ਇੰਡੀਆ ਨੂੰ ਹੀ ਕੈਟਰ ਕਰਨਾ ਹੈ। ਤੇ ਨਾਲ ਹੀ ਜੇ ਦੇਖਿਆ ਜਾਵੇ ਗੌਰਵ ਜੀ, ਕੋਈ ਵੀ ਬੰਦਾ ਸ਼ੁਰੂਆਤ ਕਰਦਾ, ਬਿਜ਼ਨਸ ਖੋਲਦਾ, ਦੁਕਾਨ ਖੋਲਦਾ, ਰੇਹੜੀ ਲਾਉਂਦਾ, ਹਰੇਕ ਦਾ ਹੁੰਦਾ ਹੈ ਕਿ ਆਖਰ ਆਪਦੇ ਮੁਫਾਦ ਹੁੰਦੇ ਨੇਗੇ। ਤੁਹਾਡਾ ਵੀ ਠੀਕ ਹੈ ਕਿ ਇੱਕ ਬਿਜ਼ਨਸ ਹੈ, ਪਰ ਆਖਰ ਦੇਖਿਆ ਜਾਵੇ ਕਿ ਇਹੀ ਕਿਉਂ ਸ਼ੁਰੂ ਕਰਿਆ, ਫਿਰ ਇਹਦੀ ਕੀ ਲੋੜ ਸੀਗੀ ਪਹਿਲਾਂ ਕੋਈ ਹੋਰ ਪਾਸੇ ਕਿਸਮ ਦਾ ਅਜਮਾਈ? ਐਕਚੁਅਲੀ ਮੈਂ ਕਈ ਸਾਰੇ ਸਟਾਰਟਅਪਸ ਤੇ ਕਈ ਸਾਰੇ ਕੰਮ ਇਸ ਤੋਂ ਪਹਿਲਾਂ ਵੀ ਕੀਤੇ। ਮੇਰੀ ਕਰੀਅਰ ਦੀ ਸ਼ੁਰੂਆਤ ਮੈਂ UK ਲੰਡਨ ਤੋਂ ਪੜ੍ਹਾਈ ਕੀਤੀ, ਪਹਿਲਾਂ ਕੰਪਿਊਟਰ ਸਾਇੰਸ 'ਚ, ਫਿਰ ਮੈਂ ਉੱਥੇ ਜੌਬ ਕਰਦਾ ਸੀ, ਫਿਰ ਇੰਡੀਆ ਉਸੀ ਕੰਪਨੀ ਨੇ ਮੈਨੂੰ ਭੇਜਿਆ, ਫਿਰ ਮੈਂ ਰੀਨਿਊਏਬਲ એનર્ਜੀ ਦਾ ਬਿਜ਼ਨਸ ਸ਼ੁਰੂ ਕੀਤਾ, ਫਿਰ ਕੱਪੜੇ ਦਾ ਕੀਤਾ, ਫਿਰ ਇਹ ਡੀਮੋਨੇਟਾਈਜੇਸ਼ਨ ਤੋਂ ਬਾਅਦ ਥੋੜ੍ਹਾ ਜਿਹਾ ਮਤਲਬ ਸਾਨੂੰ ਬੜੇ ਸੈਟਬੈਕ ਲੱਗੇ ਕਿਉਂਕਿ ਲਾਈਫ ਸਟਾਈਲ ਦਾ ਬਿਜ਼ਨਸ ਸੀਗਾ ਤੇ ਲੋਕਾਂ ਨੇ ਬਿਲਕੁਲ ਪਰਚੇਜ਼ਿੰਗ ਬੰਦ ਕਰਤੀ। ਤੇ ਫਿਰ ਤੁਸੀਂ ਜਦ ਮੈਨੂਫੈਕਚਰਿੰਗ ਕਰਦੇ ਹੋ ਤਾਂ ਮਤਲਬ ਤੁਸੀਂ ਆਪਣੀ ਪ੍ਰੋਡਕਸ਼ਨ ਨੂੰ ਸਲੋ ਡਾਊਨ ਵੀ ਨਹੀਂ ਕਰ ਸਕਦੇ, ਜੇ ਸਲੋ ਡਾਊਨ ਕਰਦੇ ਹੋ ਫਿਰ ਵੀ ਤੁਸੀਂ ਕੈਸ਼ ਬਰਨ ਕਰਦੇ ਰਹਿੰਦੇ ਹੋ, ਤਾਂ ਇਸ ਕਰਕੇ ਬੜੇ ਲਾਸਿਸ ਹੋਏ। ਫਿਰ ਮੈਂ ਥੋੜਾ ਡਿਪਰੈਸ਼ਨ 'ਚ ਵੀ ਚੱਲ ਗਿਆ, ਪਰ ਮੈਂ ਆਪਣਾ ਹੌਸਲਾ ਦੁਬਾਰਾ ਤੋਂ ਗੈਦਰ ਕੀਤਾ ਕਿ ਯਾਰ ਚਲੋ ਮੈਂ ਫੇਲ ਹੋ ਗਿਆ, ਬਟ ਜੋ ਮੇਰਾ ਰੀਅਲ ਪਰਪਸ ਆਫ ਲਾਈਫ ਹੈ ਜਾਂ ਜਿਸ ਚੀਜ਼ ਨੂੰ ਮੈਂ ਮੰਨਦਾ ਕਿ ਯਾਰ ਮੈਂ ਇਹ ਚੀਜ਼ ਨੂੰ ਅਚੀਵ ਕਰਨਾ ਚਾਹੁੰਦਾ, ਕਿ ਮੈਂ ਰੀਅਲੀ ਪੈਸ਼ਨੇਟ ਅਬਾਊਟ ਐਂਟਰਪ੍ਰੀਨਿਓਰਸ਼ਿਪ ਹਾਂ, ਕਿ ਮੈਂ ਇਸ ਚੀਜ਼ ਨੂੰ ਜੋ ਮੈਂ ਆਪਣਾ ਜਨਮ ਸਮਝਦਾ ਕਿ ਮੈਨੂੰ ਇਸੀ ਚੀਜ਼ ਨੂੰ ਅਚੀਵ ਕਰਨ ਲਈ ਹੋਇਆ, ਤਾਂ ਮੈਂ ਆਪਣੀ ਕਰੇਜ ਨੂੰ ਦੁਬਾਰਾ ਗੈਦਰ ਕਰਕੇ ਫਿਰ ਮੈਂ ਇਹ ਦੁਬਾਰਾ ਤੋਂ ਸ਼ੁਰੂਆਤ ਕੀਤੀ। ਤਾਂ ਮੇਰਾ ਬੜਾ ਐਕਸਟੈਂਸਿਵ ਐਕਸਪੀਰੀਅੰਸ ਆਫ, ਜ਼ਿਆਦਾ ਤਾਂ ਨਹੀਂ ਕਹਿ ਸਕਦੇ, ਬਟ ਮੈਂ 17 ਸਾਲ ਦਾ ਮੇਰਾ ਤਜਰਬਾ ਹੈ ਵੇਰੀਅਸ ਕਾਈਂਡ ਆਫ ਇੰਡਸਟਰੀਜ਼ 'ਚ, ਵੇਰੀਅਸ ਕਾਈਂਡ ਆਫ। ਤਾਂ ਮੈਂ ਇੱਕ ਕਸਟਮਰ ਦੀ ਸਾਈਕੋਲੋਜੀ, ਕਿ ਕਸਟਮਰ ਨੂੰ ਕੀ ਚਾਹੀਦਾ ਹੈ ਤੇ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਕੀ ਚਾਹੀਦਾ, ਤਾਂ ਮੈਂ ਆਪਣੇ ਇਸ ਐਕਸਪੀਰੀਅੰਸ ਨੂੰ ਇਸ 'ਚ ਬੈਸਟ ਯੂਟਿਲਾਈਜ਼ ਕਰਨਾ ਚਾਹ ਰਿਹਾ ਕਿ ਅਸੀਂ ਟੈਕਨੋਲੋਜੀ ਦੇ ਥਰੂ ਆਪਣਾ ਬੈਸਟ ਕਿਵੇਂ ਦੇ ਪਾਈਏ ਦੋਨੋਂ ਤਬਕਿਆਂ ਨੂੰ, ਆਪਣੇ ਮਤਲਬ ਕੰਜ਼ਿਊਮਰਸ ਤੇ ਵੈਂਡਰਸ ਨੂੰ। ਕਿਉਂਕਿ ਅਮੂਮਨ ਤੌਰ 'ਤੇ ਤਾਂ ਇਹ ਪੁੱਛੇ ਮੈਂ ਤੁਹਾਨੂੰ ਤਾਂ ਕਰਕੇ, ਕਿਉਂਕਿ ਅਮੂਮਨ ਤੌਰ 'ਤੇ ਲੋਕ ਹੁੰਦੇ ਨੇ ਕਿ ਹਰ ਕਿਸੇ ਬੰਦੇ ਦਾ ਜਦੋਂ ਇਸ ਤਰ੍ਹਾਂ ਦੇ ਆਈਡੀਆਜ਼ ਕੋਈ ਦੇਖਦਾ ਨਾ, ਤਾਂ ਉਹ ਆਈਡੀਆਜ਼ ਦੇ ਹੁੰਦਾ ਵੀ ਇੱਕ ਬਹੁਤ ਵੱਡਾ ਰਿਸਕ ਆ ਆਖਰਕਾਰ ਕਿੰਨਾ ਕੁ ਦਿਖਦੇ ਨੇ, ਕਿਉਂਕਿ ਲੋਕਾਂ ਦੇ ਵਿੱਚ ਜਿਵੇਂ ਜਿਵੇਂ ਹੁਣ ਚੀਜ਼ਾਂ ਚੱਲੀਆਂ ਗਈਆਂ ਨੇਗੀਆਂ। ਤੇ ਇੱਕ ਇਹ ਦੱਸੋ ਕਿ ਹੁਣ ਕਿਉਂਕਿ ਬਹੁਤ ਸਾਰੇ ਲੋਕ ਆਨਲਾਈਨ ਪੇਮੈਂਟ ਵੀ ਕਰਦੇ ਨੇਗੇ, ਇਹਦੇ ਥਰੂ ਵੀ ਤੁਹਾਡੇ ਪੇਮੈਂਟ ਹੁੰਦੀ ਹੈ ਪਹਿਲਾਂ ਤਾਂ, ਜੇ ਹੁੰਦੀ ਹੈ ਤਾਂ ਆਖਰਕਾਰ ਉਹ ਸਿਕਿਉਰ ਹੈ, ਇਸ ਚੀਜ਼ ਦਾ ਕੀ ਤੁਸੀਂ ਮਾਨਕ ਬਣਾਏ ਨੇ? ਨਹੀਂ, ਉਹ ਪੇਮੈਂਟ 100% ਸਿਕਿਉਰ ਹੈ ਕਿ ਅਸੀਂ ਜਿਹੜੇ ਆਪਣਾ ਪੇਮੈਂਟ ਗੇਟਵੇ ਯੂਜ਼ ਕਰਦੇ ਹਾਂ ਤਾਂ ਬੜੇ ਰਿਨੋਡ ਪੇਮੈਂਟ ਗੇਟਵੇਜ਼ ਹੈ, ਤਾਂ ਦੋ ਤਰੀਕੇ ਦੀ ਪੇਮੈਂਟਸ ਹੁੰਦੀ ਹੈ। ਜਿਵੇਂ ਹੁਣ ਰਿਸਕ ਨਹੀਂ ਲੈਂਦੇ ਇਸ ਕੰਮ ਤੇ, ਹਾਂਜੀ, ਤਾਂ ਮਤਲਬ ਜੇ ਦੋ ਤਰੀਕੇ ਦੇ, ਜ਼ਿਆਦਾਤਰ ਜਿਵੇਂ ਹਿੰਦੁਸਤਾਨ ਦੀ ਮਾਰਕੀਟ ਕੈਸ਼ ਔਨ ਡਿਲੀਵਰੀ ਤੇ ਕੰਮ ਕਰਦੀ ਹੈ ਕਿ ਲੋਕ ਆਰਡਰ ਕਰਦੇ ਹੈ, ਬਟ ਉਹ ਪੇਮੈਂਟ ਜਦ ਉਹਨਾਂ ਕੋਲ ਸਮਾਨ ਪਹੁੰਚ ਜਾਂਦਾ ਤਾਂ ਉਹ ਸਾਡੇ ਡਿਲੀਵਰੀ ਬॉय ਜਦ ਡਿਲੀਵਰੀ ਕਰਨਗੇ ਜਾਂ ਬੰਦੇ ਨੇ ਦੁਕਾਨ ਤੇ ਜਦ ਵਿਜ਼ਿਟ ਕੀਤਾ
ਜਾਂ ਤਾਂ ਦੁਕਾਨਦਾਰ ਨੂੰ ਹੀ ਪੇ ਕਰਦਾ, ਜੇ ਘਰੇ ਮੰਗਾਇਆ ਤਾਂ ਉਹ ਡਿਲੀਵਰੀ ਬॉय ਨੂੰ ਕੈਸ਼ ਦਿੰਦਾ ਹੈ ਸਮਾਨ ਰਿਸੀਵ ਕਰਨ ਨਾਲ, ਜੋ ਕਿ ਸਭ ਤੋਂ ਸਿਕਿਉਰ, ਉਸ 'ਚ ਤਾਂ ਕੋਈ ਰਿਸਕ ਹੈ ਹੀ ਨਹੀਂ। ਅਦਰਵਾਈਜ਼ ਜੇ ਉਹ ਆਨਲਾਈਨ ਵੀ ਪੇ ਕਰਦਾ ਹੈ ਤਾਂ ਅਸੀਂ ਵਰਲਡ ਕਲਾਸ ਆਪਣੇ ਪੇਮੈਂਟ ਗੇਟਵੇ ਯੂਜ਼ ਕਰਦੇ, ਜੋ ਕਿ 100% ਸਿਕਿਉਰ ਹੈ ਕਿ ਤੁਹਾਡੀ ਟ੍ਰਾਂਜੈਕਸ਼ਨਸ ਬਿਲਕੁਲ ਸਿਕਿਉਰਡ ਵੇ ਨਾਲ ਐਗਜ਼ੀਕਿਊਟ ਹੁੰਦੀ ਹੈ, ਮਤਲਬ ਉਸ 'ਚ ਕੋਈ ਵੀ 0% ਰਿਸਕ ਹੈ। ਤੇ ਇਹ ਲਾਸਟ ਇੰਨਾ ਕੁ ਦੱਸੋ, ਇਹ ਚੀਜ਼ਾਂ ਨੇ ਜੇ ਦੇਖਿਆ ਜਾਵੇ ਜਿਵੇਂ ਨਵੀਂ ਸ਼ੁਰੂਆਤ ਕਰਦੇ ਆ, ਤੁਸੀਂ ਵੀ ਇਹਦੇ ਵਿੱਚ ਜਿਵੇਂ ਲੋਕ ਜੁੜ ਰਹੇ ਨੇ, ਤੇ ਅੱਗੇ ਦਾ ਕੀ ਦੇਖਦੇ ਹੋ ਕਿ ਆਖਰ ਜਿਵੇਂ ਤੁਸੀਂ ਦੱਸਿਆ ਵੀ ਲਾਰਜ ਸਕੇਲ ਤੇ ਅਸੀਂ ਲਿਆਵਾਂਗੇ ਵਗੈਰਾ, ਚੰਡੀਗੜ੍ਹ 'ਚੋਂ ਸ਼ੁਰੂਆਤ ਹੈ ਤੇ ਉਸ ਤੋਂ ਬਾਅਦ 'ਚ ਹੋਰ ਸ਼ਹਿਰਾਂ ਦੇ ਵੀ ਲੋਕ ਵੀ ਜੁੜ ਰਹੇ ਨੇ, ਕੋਈ ਅਜਿਹਾ ਟੱਕਰਿਆ ਕਿਉਂਕਿ ਜਿੰਨੇ ਛੋਟੇ ਲੈਵਲ ਤੇ ਤੁਸੀਂ ਪਹੁੰਚੇ ਹੋਗੇ ਕਿ ਕਹਿਣ ਦਾ ਮਤਲਬ ਕਿ ਛੋਟੇ ਬੂਥ ਵਾਲਿਆਂ ਨੂੰ ਤੁਸੀਂ ਉਹ ਕਰਿਆ, ਉਹ ਲੋਕਾਂ ਦੇ ਕੋਲੇ ਜੇ ਦੇਖਿਆ ਜਾਵੇ ਵੱਡੀ ਵੈਬਸਾਈਟਸ ਦੇ ਕਈ ਵਾਰ ਮਾਨਕੀ ਪੂਰੇ ਨਹੀਂ ਹੁੰਦੇ, ਅਗਲਾ ਕਹਿੰਦਾ ਜੀ ਆਹ ਚੀਜ਼ਾਂ ਲਿਆਓ, ਉਹ ਰਜਿਸਟਰ ਦਾ ਕਰ ਲਾਂਗਾ ਫਿਰ ਅੱਧ 'ਚ ਹੀ ਛੱਡ ਕੇ ਭੱਜ ਜਾਂਦਾ। ਕੋਸ਼ਿਸ਼ ਇਹ ਬਣਾਈ ਕਿ ਆਖਰਕਾਰ ਹਰ ਇੱਕ ਬੰਦਾ ਸਾਡੇ ਪਲੇਟਫਾਰਮ ਤੇ ਆਵੇ ਤੇ ਖਰੀਦਦਾਰ ਹੋਵੇ ਚਾਹੇ ਵੇਚਣ ਵਾਲਾ ਹੋਵੇ। ਬਿਲਕੁਲ, ਅਸੀਂ ਜਿਵੇਂ ਇੱਕ ਗੂਗਲ ਆਪਰੇਟ ਕਰਦਾ, ਗੂਗਲ ਕੀ ਕਰਦਾ ਕਿ ਬਿਜ਼ਨਸਿਸ ਨੂੰ ਆਇਡੈਂਟੀਫਾਈ ਕਰਦਾ, ਤਾਂ ਸਿਮਿਲਰ ਵੇਜ਼ 'ਚ ਅਸੀਂ ਕੀ ਹਾਂ ਕਿ ਸਾਡੀ ਸਭ ਤੋਂ ਪਹਿਲਾਂ ਐਜ਼ ਅ ਕੰਜ਼ਿਊਮਰ ਜੇ ਗੱਲ ਕਰੀਏ, ਉਹ ਤੁਹਾਡੀ ਲੋਕੇਸ਼ਨ ਨੂੰ ਡਿਟੈਕਟ ਕਰਦਾ। ਜਿਵੇਂ ਹੁਣ ਆਪਾਂ ਜੇ ਇੱਥੇ ਬੈਠੇ ਹਾਂ, ਉਹ ਸਾਡੀ ਲੋਕੇਸ਼ਨ ਡਿਟੈਕਟ ਕਰਕੇ ਜਿਹੜੀ ਵੀ ਕੈਟਾਗਰੀ 'ਚ ਅਸੀਂ ਦੁਕਾਨਾਂ ਲੱਭ ਰਹੇ ਹਾਂ ਤਾਂ ਉਸ ਨੂੰ ਆਇਡੈਂਟੀਫਾਈ ਕਰਕੇ ਦੱਸੂਗਾ ਕਿ ਅੱਛਾ ਤੁਹਾਡੇ ਆਸ-ਪਾਸ ਗਰੋਸਰੀ ਸਟੋਰਸ ਕਿਹੜੇ ਹੈ, ਤੁਹਾਡੇ ਆਸ-ਪਾਸ ਸਲੂਨ ਕਿਹੜੇ ਹੈ, ਜਾਂ ਉਸ ਤਰੀਕੇ। ਤੇ ਫਿਰ ਤੁਸੀਂ ਉਸ ਨੂੰ ਜੇ ਪ੍ਰੋਡਕਟ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੇ ਸਟਿਲ ਤੁਸੀਂ ਇੱਕ ਕਮਿਊਨਿਟੀ ਦਾ ਜੋ ਬੈਨੀਫਿਟਸ ਹੈ ਤੁਹਾਨੂੰ, ਚਾਹੇ ਉਹ ਰਿਵਾਰਡਸ ਐਂਡ ਰੈਕਗਨੀਸ਼ਨ ਹੈ, ਪਲੱਸ ਤੁਹਾਨੂੰ ਜਿਹੜੀ ਪੇਮੈਂਟਸ ਆਉਣੀ ਹੈ, ਉਹਦੀ ਅਰਨਿੰਗ ਆਉਣੀ ਹੈ, ਉਹਦਾ ਹਿੱਸਾ ਬਣ ਕੇ ਰਹਿੰਦੇ ਹੋ। ਤਾਂ ਸਾਡਾ ਕੀ ਹੈ ਕਿ ਅਸੀਂ ਲੋਕਲ ਬਿਜ਼ਨਸ ਨੂੰ ਪ੍ਰਮੋਟ ਕਰਦੇ ਹਾਂ, ਕਿ ਲੋਕਲ ਬਿਜ਼ਨਸਿਸ ਨੂੰ ਪ੍ਰਮੋਟ ਕਰਦੇ ਹਾਂ ਥਰੂ ਕੰਜ਼ਿਊਮਰਸ, ਤੇ ਉਸ ਕੰਜ਼ਿਊਮਰਸ ਨੂੰ ਇਨਸੈਂਟਿਵ ਦਿੰਦੇ ਹਾਂ। ਤਾਂ ਇਸ ਤਰੀਕੇ ਮਤਲਬ ਕੋਈ ਇਸ 'ਚ ਡਾਕੂਮੈਂਟੇਸ਼ਨ ਜਾਂ ਉਸ ਦੀ ਕੰਪਲੀਕੇਸ਼ਨ ਨਹੀਂ ਹੈ ਕਿ ਹਰ ਛੋਟੇ ਤੋਂ ਛੋਟਾ ਰੇੜੀ ਲਗਾਉਣ ਵਾਲੇ ਤੋਂ ਲੈ ਕੇ ਬੜੇ ਤੋਂ ਬੜਾ ਬਿਜ਼ਨਸ, ਚਾਹੇ ਉਹ ਹਯਾਤ ਹੋਵੇ ਚਾਹੇ ਕੋਈ ਹੋਰ ਹੋਵੇ, ਤਾਂ ਮਤਲਬ ਐਵਰੀਵਨ ਇਜ਼ ਆਵਰ ਕਸਟਮਰ, ਸਾਡਾ ਪੋਟੈਂਸ਼ੀਅਲ ਕਸਟਮਰ ਹੈਗਾ। ਹਾਂਜੀ, ਬਿਲਕੁਲ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਆਖਿਰਕਾਰ ਦੇਖੋ ਤੁਸੀਂ ਸਮਾਂ ਜਿਵੇਂ ਬਦਲ ਰਿਹਾ ਤਾਂ ਲੱਗਦਾ ਕਿ ਲੋਕ ਕਿਸੇ ਦਿਨ ਹੋਇਆ ਇਹ ਕਰੂਗਾ, ਬੰਦਾ ਸੋਚਿਆ ਕਰੂਗਾ, ਉਦੋਂ ਬਾਅਦ 'ਚ ਚੀਜ਼ ਤੁਹਾਡੇ ਘਰੇ ਫੜਾ ਜਾਇਆ ਕਰੂਗਾ। ਯਾਰ ਹਾਸੀ ਦੀ ਨਹੀਂ, ਕਿਉਂਕਿ ਟੈਕਨੋਲੋਜੀ ਜਿਹੜੀ ਹਿਸਾਬ ਦੇ ਨਾਲ ਵੱਧਦੀ ਜਾ ਰਹੀ ਹੈ ਤੇ ਉਸੇ ਤਰ੍ਹਾਂ ਦੇ ਨਾਲ ਸਿਸਟਮ ਨੇ। ਖੈਰ ਗੁਰਵਰ ਨੇ ਸ਼ੁਰੂ ਕਰੀ ਹੈ ਚੀਜ਼, ਤੇ ਉਹਦੇ ਵਿੱਚ ਆਖਿਰਕਾਰ ਤੁਸੀਂ ਵੀ ਖੈਰ ਵਰਤ ਕੇ ਵੀ ਦੇਖਿਓ ਤੇ ਫਿਰ ਬਾਅਦ 'ਚ ਦੱਸਿਓ ਵੀ ਕਿ ਸਹੀ ਮਾਇਨੇ 'ਚ ਜੋ ਗੱਲਾਂ ਕਹੀਆਂ ਉਹ ਸਹੀ ਨੇਗੀਆਂ। ਪਰ ਇੰਨਾ ਜ਼ਰੂਰ ਹੈ, ਉਹ ਕਹਿੰਦੇ ਕਿ ਆਖਿਰਕਾਰ ਜਿਸ ਤਰ੍ਹਾਂ ਦੇ ਨਾਲ ਸਾਡੇ 10 ਮਿੱਤਰ ਕੋਈ ਚੀਜ਼ ਲੈਣ ਜਾਂਦੇ ਨੇ ਤਾਂ ਉਹਦੇ 'ਚ ਜੇਕਰ ਤੁਹਾਨੂੰ ਨਾ ਕਿ ਕੋਈ ਐਕਸਟਰਾ ਤੌਰ ਤੇ ਬਲਕਿ ਉਹਨਾਂ ਨੇ ਵੀ ਪੇ ਕਰਨਾ ਹੈ, ਉਹਦੇ ਵਿੱਚ ਤੁਹਾਨੂੰ ਕਮਾਈ ਹੁੰਦੀ ਹੈ, ਤਾਂ ਤੁਸੀਂ ਇੱਕ ਕਮਾਈ ਦਾ ਜ਼ਰੀਆ ਵੀ ਆਪਦਾ ਬਣਾ ਸਕਦੇ ਹੋ ਜੇਕਰ ਸੀਰੀਅਸ ਢੰਗ ਦੇ ਨਾਲ ਬੰਦਾ ਅੱਗੇ ਚੱਲਦਾ। ਨਹੀਂ ਫਿਰ ਚੀਜ਼ ਤਾਂ ਤੁਹਾਨੂੰ ਸਸਤੀ ਮਿਲ ਹੀ ਜਾਣੀ ਹੈ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦਾਸ, ਮਿਸਿੰਗ ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।